ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਚੌਥਾ। ਹਰ ਗੁਣ ਪੜ੍ਹੀਐ ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਭੌਜਲ ਦੁੱਤਰ ਤਰੀਐ ਜੀਓ। ਆਓ ਸਖੀ ਹਰ ਮੇਲ ਕਰੇ ਹਾਂ, ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ। ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ, ਮੈਂ ਦੱਸੇ ਹਰ ਨਰ ਹਰਿਐ ਜੀਓ। ਮੇਰੀ ਬੇਦਨ ਹਰ ਗੁਰ ਪੂਰਾ ਜਾਣੈ, ਹੋਂ ਰਹਿ ਨ ਸਕਾਂ ਬਿਨ ਨਾਮ ਵਖਾਣੈ। ਮੈਂ ਔਖਦ ਮੰਤਰ ਦੀਜੈ ਗੁਰ ਪੂਰੈ, ਮੈਂ ਹਰ ਹਰ ਨਾਮ ਉਧਰਿਐ ਜੀਓ। ਹਮ ਚਾਤ੍ਰਿਕ ਦੀਨ ਸਤਿਗੁਰੂ ਸ਼ਰਣਾਈ, ਹਮ ਚਾਤ੍ਰਿਕ ਦੀਨ ਸਤਿਗੁਰੂ ਸ਼ਰਣਾਈ। ਹਰ ਹਰ ਨਾਮ ਬੂੰਦ ਮੁਖ ਪਾਈ, ਹਰ ਜਲ ਨਿਧ ਹਮ ਜਲ ਕੇ ਮੀਨੇ। ਜਨ ਨਾਨਕ ਜਲ ਬਿਨ ਮਰੀਐ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਤਿਗੁਰ ਦੀ ਬਖਸ਼ਿਸ਼ ਅਪਾਰ ਰਹਿਮਤ ਵਰਤੀ ਹੈ। ਗੁਰਬਾਣੀ ਵਿਚਾਰ ਜੋ ਰੋਜ਼ਾਨਾ ਸਤਿਗੁਰ ਦੀ ਬਖਸ਼ਿਸ਼ ਨਾਲ ਕੀਤੀ ਜਾਂਦੀ ਹੈ ਹਰ ਸ਼ਨੀ ਐਤਵਾਰ ਨੂੰ, ਜਿਸ ਵਿੱਚ ਮਾਝ ਰਾਗ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਤੱਕ ਮਾਝ ਰਾਗ ਦੇ ਪਹਿਲੇ 2 ਸ਼ਬਦਾਂ ਦੀ ਵਿਚਾਰ ਆਪ ਜੀ ਸਰਵਣ ਕਰ ਸਕਦੇ ਹੋ ਫੇਸਬੁੱਕ ਦੇ ਮਾਧਿਅਮ ਦੇ ਰਾਹੀਂ, ਜਾਂ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਹਰਮਨਪ੍ਰੀਤ ਸਿੰਘ ਖਾਲਸਾ ਕਪੂਰਥਲੇ ਵਾਲੇ ਪਾ ਕੇ ਤੁਸੀਂ ਮੇਰੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਸੋ ਅੱਜ ਦਾ ਜਿਹੜਾ ਪਾਵਨ ਸ਼ਬਦ ਹੈ, ਜੋ ਹੁਣੇ ਪਾਠ ਰੂਪ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 95 ਦੇ ਉੱਤੇ ਸੁਭਾਇਮਾਨ ਹੈ। ਤੇ ਸਤਿਗੁਰੂ ਸਾਹਿਬ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਮਾਝ ਰਾਗ ਦੇ ਵਿੱਚ, ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਮਾਝ ਰਾਗ ਮਾਝੇ ਦੇ ਵਿੱਚ ਗਾਇਆ ਜਾਣ ਵਾਲਾ ਉਹ ਰਾਗ ਹੈ। ਜਦੋਂ ਵਿਛੋੜੇ ਦੀ ਤੜਫ ਦੇ ਵਿੱਚ ਔਸੀਆਂ ਪਾਈਆਂ ਜਾਂਦੀਆਂ ਸਨ ਕਿ ਮੈਂ ਪ੍ਰੀਤਮ ਨੂੰ ਆਪਣੇ ਨੂੰ ਕਿਵੇਂ ਮਿਲਾਂ, ਕਿੰਨੇ ਦਿਨ ਬਾਕੀ ਰਹਿ ਗਏ ਨੇ, ਤੇ ਇੱਕ ਇੱਕ ਦਿਨ ਦੀ ਔਸੀ ਪਾ ਕੇ ਉਸ ਬਿਰਹੇ ਤੇ ਉਸ ਬੈਰਾਗ ਦੇ ਵਿੱਚ ਜੋ ਗੀਤ ਗਾਏ ਜਾਂਦੇ ਸਨ, ਉਹ ਮਾਝ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਮਾਝੇ ਵਿੱਚ ਗਾਏ ਜਾਣ ਵਾਲੇ ਰਾਗਾਂ ਦੀ ਗੱਲ ਕੀਤੀ ਹੈ। ਮਾਝ ਰਾਗ ਦੇ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੀ ਯਾਦ ਦੇ ਵਿੱਚ ਜੁੜਦਿਆਂ ਅੰਮ੍ਰਿਤਮਈ ਪਾਵਨ ਬਾਣੀ ਨੂੰ ਉਚਾਰਨ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਮਾਝ ਮਹੱਲਾ ਚੌਥਾ, ਤੇ ਸਾਡੇ ਵਰਗੇ ਮਨੁੱਖਾਂ ਨੂੰ ਬਾਣੀ ਦੇ ਮਾਧਿਅਮ ਦੇ ਰਾਹੀਂ ਇਹ ਗੱਲ ਸਮਝਾ ਰਹੇ ਨੇ ਕਿ ਇਹ ਮਨੁੱਖ ਤੇਰੇ ਜੀਵਨ ਦਾ ਮਕਸਦ ਕੀ ਹੈ। ਮਨੁੱਖ ਦੀ ਫਿਤਰਤ ਇਹ ਹੈ ਕਿ ਮਨੁੱਖ ਅਵਗੁਣਾਂ ਨੂੰ ਭਾਲਦਾ ਹੈ ਤੇ ਗੁਣਾਂ ਦੀ ਸਾਂਝ ਕਿਸੇ ਨਾਲ ਨਹੀਂ ਕਰਦਾ। ਇਸੇ ਕਰਕੇ ਲੋਕਾਂ ਦੇ ਅਵਗੁਣ ਵੇਂਦਿਆਂ ਇਹ ਖੁਦ ਅਵਗੁਣਿਆਰੀ ਬਣ ਜਾਂਦਾ ਹੈ। ਜਦ ਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਬਾਰ-ਬਾਰ ਇਸ ਗੱਲ ਨੂੰ ਸਮਝਾਇਆ ਹੈ ਕਿ ਜੇ ਸਾਂਝ ਪਾਉਣਾ ਚਾਹੁੰਦਾ ਹੈ ਤੇ ਗੁਣਾਂ ਦੀ ਪਾ, ਅਵਗੁਣਾਂ ਦੀ ਨਹੀਂ। ਇਸੇ ਕਰਕੇ ਜਿਹੜੀਆਂ ਪਹਿਲੀਆਂ ਪੰਕਤੀਆਂ ਨੇ ਇਸ ਪਾਵਨ ਸ਼ਬਦ ਦੀਆਂ, ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਹਰ ਗੁਣ ਪੜ੍ਹੀਐ ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਸਾਹਿਬ ਜੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਾਨੂੰ ਪੜ੍ਹਨ ਦਾ ਵੀ ਤਰੀਕਾ ਦੱਸ ਰਹੇ ਨੇ, ਗਾਉਣ ਦਾ ਤਰੀਕਾ ਵੀ ਦੱਸ ਰਹੇ ਨੇ, ਸੁਣਨ ਦਾ ਤਰੀਕਾ ਵੀ ਦੱਸ ਰਹੇ ਹਨ। ਕਿਉਂਕਿ ਜੇ ਤਿੰਨੇ ਚੀਜ਼ਾਂ ਮਨੁੱਖ ਦੀਆਂ ਬੜੀਆਂ ਬਰੀਕੀ ਦੇ ਵਿੱਚ ਨੇ,
ਜੋ ਪੜ੍ਹਿਆ ਜਾ ਰਿਹਾ ਹੈ ਜੇ ਉਹ ਵੀ ਮਨੁੱਖ ਗੁਣਾਂ ਦੇ ਰੂਪ 'ਚ ਪੜ੍ਹ ਰਿਹਾ ਹੈ, ਜੋ ਸੁਣ ਰਿਹਾ ਹੈ ਉਹ ਗੁਣਾਂ ਦੇ ਰੂਪ ਦੇ ਵਿੱਚ ਸੁਣ ਰਿਹਾ ਹੈ, ਅਤੇ ਜ਼ਾਹਿਰਾ ਜੀ ਗੱਲ ਹੈ ਕਿ ਇਹਦੇ ਅੰਦਰ ਗੁਣ ਸਮਾਉਣਗੇ। ਤੁਸੀਂ ਸੰਸਾਰ ਦੇ ਵਿੱਚ ਜਦੋਂ ਵੇਖਦੇ ਹੋ ਬਹੁਤ ਕੁਝ ਲਿਖਿਆ ਗਿਆ ਹੈ ਅੱਖਰਾਂ ਦੇ ਨਾਲ, ਬਹੁਤ ਕੁਝ ਗੰਦਾ ਵੀ ਲਿਖਿਆ ਗਿਆ ਹੈ ਅੱਖਰਾਂ ਦੇ ਨਾਲ, ਅਤੇ ਬਹੁਤ ਕੁਝ ਚੰਗਾ ਵੀ ਲਿਖਿਆ ਗਿਆ ਹੈ। ਹਰ ਤਰੀਕੇ ਦਾ ਲਿਟਰੇਚਰ ਤੁਹਾਨੂੰ ਦੁਨੀਆ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਮਿਲ ਜਾਵੇਗਾ। ਹਰ ਤਰੀਕੇ ਦੇ ਗ੍ਰੰਥ ਤੁਹਾਨੂੰ ਪੜ੍ਹਨ ਲਈ ਮਿਲ ਜਾਣਗੇ। ਸਾਰਿਆਂ ਦਾ ਮੂਲ ਆਧਾਰ ਅੱਖਰ ਨੇ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਵਿੱਚ ਵੀ ਇਹ ਗੱਲ ਸਮਝਾਈ ਹੈ ਕਿ ਇਹ ਮਨੁੱਖ ਤੇਰੇ 'ਤੇ ਨਿਰਭਰ ਹੈ ਕਿ ਤੂੰ ਅੱਖਰ ਕਿਹੜੇ ਪੜ੍ਹਦਾ ਹੈ। ਅੱਖਰਾਂ ਦੇ ਨਾਲ ਪਰਮਾਤਮਾ ਦੀ ਸਲਾਹਨਾ ਵੀ ਸੁਣੀ ਜਾ ਸਕਦੀ ਹੈ, ਕੀਤੀ ਜਾ ਸਕਦੀ ਹੈ, ਗਾਈ ਜਾ ਸਕਦੀ ਹੈ, ਅਤੇ ਅੱਖਰਾਂ ਦੇ ਨਾਲ ਮਨੁੱਖ ਵਿਭਚਾਰੀ ਭਾਸ਼ਾ ਵੀ ਬੋਲ ਸਕਦਾ ਹੈ। ਇਸੇ ਕਰਕੇ ਸਾਹਿਬ ਜੀ ਕਹਿੰਦੇ ਜੇ ਤੂੰ ਪੜ੍ਹਨਾ ਚਾਹੁੰਦਾ ਹੈ ਨਾ, ਅਤੇ ਉਹ ਪੜ੍ਹ ਜਿਹਦੇ ਵਿੱਚੋਂ ਗੁਣ ਨਿਕਲਣ। ਅੱਜ ਤੁਸੀਂ ਜਦੋਂ ਵੇਖਦੇ ਹਾਂ ਫੇਸਬੁੱਕ ਮਾਧਿਅਮ ਦੇ ਰਾਹੀਂ, ਮੈਂ ਕਈ ਵਾਰੀ ਸੋਚਦਾ ਕਿ ਮਨੁੱਖ ਦੀ ਧਿਆਨ ਇੱਥੇ ਹੈ ਕਿ ਜਿੱਥੇ ਕਿਤੇ ਅਵਗੁਣ ਸੁਣਾਏ ਜਾਣਗੇ ਨਾ, ਬਹੁਤ ਨੈਗੇਟਿਵਿਟੀ ਦੀ ਗੱਲ ਕੀਤੀ ਜਾਵੇਗੀ, ਉੱਥੇ ਮਨੁੱਖ ਦੇ ਸੁਣਨ ਵਾਲੇ ਦੀਆਂ ਤਦਾਰਾਂ ਵੱਧ ਜਾਣਗੀਆਂ। ਅਤੇ ਜਿੱਥੇ ਕਿਤੇ ਗੁਣ ਸੁਣਾਏ ਜਾਣਗੇ, ਗੁਰੂ ਦੀ ਬਾਣੀ ਦੀ ਗੱਲ ਕੀਤੀ ਜਾਵੇਗੀ, ਗੁਰੂ ਦੇ ਗੀਤ ਸੁਣਾਏ ਜਾਣਗੇ, ਉੱਥੇ ਕਦੀ ਵੀ ਮਨੁੱਖ ਨਹੀਂ ਜਾਂਦਾ। ਕਿਉਂਕਿ ਮਨੁੱਖ ਦੀ ਭਾਵਨਾ, ਮਨੁੱਖ ਦੇ ਕੰਨ, ਮਨੁੱਖ ਦੀ ਸਮਝ, ਮਨੁੱਖ ਦੀ ਸੋਚ ਨੈਗੇਟਿਵਿਟੀ ਦੀ ਅਪਰੋਚ ਕਰਦੀ ਹੈ, ਨੈਗੇਟਿਵਿਟੀ ਨੂੰ ਲੱਭਦੀ ਹੈ। ਇਸੇ ਕਰਕੇ ਬਹੁਤਾਤ ਸੰਸਾਰ ਦੇ ਵਿੱਚ ਨੈਗੇਟਿਵ ਜਿਹੜੀ ਚੀਜ਼ ਹੈ ਉਹ ਜ਼ਿਆਦਾ ਪ੍ਰਮੋਟ ਹੁੰਦੀ ਹੈ, ਪੋਜ਼ੀਟਿਵ ਨੂੰ ਕੋਈ ਪ੍ਰਮੋਟ ਨਹੀਂ ਕਰਦਾ। ਜਦ ਕਿ ਸਤਿਗੁਰੂ ਜੀ ਕਹਿੰਦੇ ਨੇ ਜੇ ਤੂੰ ਪੜ੍ਹ ਰਿਹਾ ਹੈ ਨਾ, ਤੇ ਪੜ੍ਹ ਕੀ ਹਰ ਗੁਣ ਪੜ੍ਹੀਐ। ਉਹ ਪੜ੍ਹ ਜਿਹਦੇ ਵਿੱਚੋਂ ਪਰਮਾਤਮਾ ਦੇ ਗੁਣ ਨਜ਼ਰ ਆਉਣ, ਤਾਂ ਕਿ ਨਿਰੰਕਾਰ ਦੇ ਗੁਣ ਗਾਉਂਦਿਆਂ ਗਾਉਂਦਿਆਂ ਤੂੰ ਉਹਦੇ ਵਿੱਚ ਗੁਣਾਂ ਦੇ ਰੂਪ ਦੇ ਵਿੱਚ ਸਮਾ ਜਾਵੇਂ। ਅਤੇ ਜਦੋਂ ਤੂੰ ਪਰਮਾਤਮਾ ਦੇ ਗੁਣਾਂ ਦੇ ਖਜ਼ਾਨੇ ਦੇ ਵਿੱਚੋਂ ਗੁਣਾਂ ਦੀ ਗੱਲ ਨੂੰ ਪੜ੍ਹੇਗਾ, ਫਿਰ ਕੀ ਹੋਵੇਗਾ? ਹਰ ਗੁਣ ਗੁਣੀ ਹੈ। ਜ਼ਾਹਿਰਾ ਜੀ ਗੱਲ ਹੈ, ਜੋ ਮਨੁੱਖ ਪੜ੍ਹਦਾ ਹੈ ਉਹ ਗੁਣ ਗੁਣਾਉਂਦਾ ਵੀ ਹੈ। ਕਈ ਵਾਰੀ ਆਪਾਂ ਵੇਖਦੇ ਹਾਂ ਕਿ ਅਸੀਂ ਜੋ ਕੁਝ ਸੁਣਦੇ ਹਾਂ, ਜੋ ਕੁਝ ਅਸੀਂ ਪੜ੍ਹਦੇ ਹਾਂ, ਅਸੀਂ ਕਈ ਵਾਰੀ ਆਪਣੀ ਜੀਭਾ ਦੇ ਨਾਲ ਉਹਨੂੰ ਗੁਣਗੁਣਾਉਂਦੇ ਵੀ ਹਾਂ, ਕਿਉਂਕਿ ਸਾਡੀ ਸੁਰਤ ਦੇ ਵਿੱਚ ਉਹ ਚਰਿੱਤਰ ਬਣ ਕੇ ਸਮਾ ਜਾਂਦਾ ਹੈ। ਇਵੇਂ ਹੀ ਸਾਹਿਬ ਜੀ ਕਹਿੰਦੇ ਨੇ ਜਦੋਂ ਤੂੰ ਪਰਮਾਤਮਾ ਦੇ ਗੀਤ ਨੂੰ ਪੜ੍ਹੇਗਾ, ਪਰਮਾਤਮਾ ਦੀ ਬਾਣੀ ਨੂੰ ਪੜ੍ਹੇਗਾ, ਨਿਰੰਕਾਰ ਦੇ ਗੁਣਾਂ ਨੂੰ ਪੜ੍ਹੇਗਾ, ਅਤੇ ਫਿਰ ਗੁਣ ਗਣਾਵੇਂਗਾ ਵੀ ਕੀ? ਹਰ ਗੁਣ ਗੁਣੀ ਹੈ। ਤੂੰ ਪਰਮਾਤਮਾ ਦੇ ਗੁਣਾਂ ਨੂੰ ਹੀ ਗੁਣਗੁਣਾਏਂਗਾ, ਉਹਦੇ ਵਿੱਚ ਹੀ ਸਮਾਵੇਂਗਾ, ਉਹਦੇ ਵਿੱਚ ਹੀ ਟਿਕੇਂਗਾ। ਹਰ ਹਰ ਨਾਮ ਕਥਾ ਨਿਤ ਸੁਣੀ ਹੈ। ਅਤੇ ਸਾਹਿਬ ਕਹਿੰਦੇ ਜਦੋਂ ਵੀ ਸੁਣਨਾ, ਉਹ ਗੱਲ ਸੁਣ ਜਿਹਦੇ ਵਿੱਚ ਪਰਮਾਤਮਾ ਦੀ ਗੱਲ ਹੋਵੇ, ਜਿਹਦੇ ਵਿੱਚ ਨਿਰੰਕਾਰ ਨੂੰ ਮਿਲਣ ਦੀਆਂ ਬਾਤਾਂ ਹੋਣ, ਜਿਹਦੇ ਵਿੱਚ ਮਨੁੱਖ ਦੀ ਆਤਮਾ ਆਨੰਦਿਤ ਹੋਵੇ। ਉਹ ਗੁਣ ਸੁਣ, ਉਹ ਗੱਲ ਕਥਾ ਸੁਣ, ਜਿਸ ਕਥਾ ਨੂੰ ਸੁਣ ਕੇ ਗੁਰੂ ਦੀ ਭਗਤੀ ਦਾ, ਗੁਰੂ ਨਾਲ ਮਿਲਣ ਦਾ, ਗੁਰੂ ਦੇ ਰਾਹੀਂ ਪਰਮਾਤਮਾ ਤੱਕ ਪਹੁੰਚਣ ਦਾ ਮਨ ਦੀ ਭਾਵਨਾ ਜਾਂ ਮਨ ਦੀ ਜਿਗਿਆਸਾ ਜਾਗ ਜਾਵੇ। ਅਤੇ ਸਾਹਿਬ ਕਹਿੰਦੇ ਇਹ ਸੁਣਿਆ ਸਭ ਕੁਝ ਕਿੱਥੇ ਜਾ ਸਕਦਾ ਹੈ? ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਭੌਜਲ ਦੁੱਤਰ ਤਰੀਐ ਜੀਓ। ਸਤ ਸੰਗਤ ਦੇ ਵਿੱਚ ਮਿਲ ਕੇ ਕੀ ਕਰ? ਹਰ ਗੁਣ ਗਾਏ। ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾ, ਫਿਰ ਕੀ ਹੋਵੇਗਾ? ਜਗ ਭੌਜਲ ਦੁੱਤਰ ਤਰੀਐ ਜੀਓ। ਸਭ ਕਹਿੰਦੇ ਆਹ ਜਿਹੜਾ ਫਿਰ ਅੱਗ ਦੇ ਨਾਲ, ਈਰਖਾ ਦੇ ਨਾਲ, ਨਫ਼ਰਤ ਨਾਲ, ਬੇਈਮਾਨੀ ਦੇ ਨਾਲ, ਧੋਖੇ ਨਾਲ ਭਰਿਆ ਹੋਇਆ ਇਹ ਸਮੁੰਦਰ ਆ ਨਾ, ਇਸ ਤੋਂ ਫਿਰ ਤੂੰ ਪਾਰ ਲੰਘਣਾ ਤੇਰਾ ਸੌਖਾ ਹੋ ਜਾਵੇਗਾ। ਹੇ ਮੇਰੇ ਸਤਿਗੁਰੂ ਪਾਤਸ਼ਾਹ ਜੀ, ਜਦੋਂ ਤੂੰ ਸਤ ਸੰਗਤ ਵਿੱਚ ਬੈਠ ਕੇ ਨਿਰੰਕਾਰ ਦੇ ਗੁਣ ਗਾਏਂਗਾ, ਤੇ ਤੂੰ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਹੋ ਜਾਵੇਂਗਾ, ਭਾਵ ਮੁਕਤ ਹੋ ਜਾਵੇਂਗਾ। ਜਦੋਂ ਤੂੰ ਸਤ ਸੰਗਤ ਮਿੱਤਰ ਦੇ ਵਿੱਚ ਰਲ ਕੇ ਸਤ ਸੰਗਤ ਦੇ ਰਾਹੀਂ ਪਰਮਾਤਮਾ ਦੇ ਗੁਣ ਗਾਉਣ ਵਾਲੀ ਬਾਣੀ ਨੂੰ ਪੜ੍ਹੇਗਾ ਨਾ, ਵਿਚਾਰੇਂਗਾ, ਪਰਮਾਤਮਾ ਦੀ ਨਾਮ ਦੀ ਕਥਾ ਆਪਣੇ ਹਿਰਦੇ ਵਿੱਚ ਸਦਾ ਸੁਣੇਗਾ, ਫਿਰ ਚੇਤਾ ਰੱਖੀ ਸਾਧ ਸੰਗਤ ਦੇ ਵਿੱਚ ਮਿਲ ਕੇ
परमात्मा की सिर्फ सलाह के गीत गावेगा तो इस जगत तो, इस संसार समुद्र तो पार लंघ जावेगा। बहुत सौखे तरीके दे नाल तेरा जीवन मुक्त हो जाएगा, क्योंकि सतगुरु जी ने सानू बार बार सच दे लड़ लाया। धन गुरु ग्रंथ साहिब जी महाराज विच सिवाए सच तो होर कुछ भी नहीं है। इत्थे किसी मनुख की सिफत नहीं है, किसी बंदे दीयां बातां नहीं हैं। ਇਹਦੇ ਵਿੱਚ ਜਦੋਂ ਵੀ ਤੁਸੀਂ ਗੁਰਬਾਣੀ ਨਾਲ ਜੁੜੋਗੇ ਨਾ, ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਜੁੜੋਗੇ, ਤੁਹਾਡੇ ਅੰਦਰ ਇੱਕ ਜਿਗਿਆਸਾ ਸੱਚ ਨੂੰ ਪਾਉਣ ਦੀ ਪ੍ਰਾਪਤ ਹੋਵੇਗੀ। ਆਪਣੇ ਅੰਦਰ ਦੇ ਅਵਗੁਣ ਨਜ਼ਰ ਆਉਣ ਲੱਗ ਪੈਣਗੇ ਤੇ ਨਿਰੰਕਾਰ ਦੇ ਗੁਣਾਂ ਦੇ ਨਾਲ ਜੀਵਨ ਟਿਕਣ ਲੱਗ ਪਵੇਗਾ। ਤੇ ਬਸ ਜਿੱਦਣ ਸਾਡੇ ਅੰਦਰ ਦੇ ਅਵਗੁਣ ਸਾਨੂੰ ਆਪ ਨੂੰ ਦਿਖਣ ਲੱਗ ਪੈਣ, ਜਿੱਦਣ ਮਨ ਇਹ ਕਬੂਲ ਕਰਨ ਲੱਗ ਪਵੇ ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਸਮਝਿਓ ਉਦਣ ਸਾਡੀ ਗੱਲ ਬਣ ਲੱਗ ਪਈ ਜੀਵਨ ਦੇ ਵਿੱਚ। ਉਦਣ ਸਾਡੇ ਕਦਮ ਸੱਚ ਵੱਲ ਨੂੰ ਤੁਰਨ ਲੱਗ ਪਏ ਨੇ। ਜਦ ਤੱਕ ਅਸੀਂ ਦੂਸਰੇ ਦੇ ਅਵਗੁਣ ਵੇਖਦੇ ਹਾਂ, ਦੂਸਰੇ ਦੇ ਗੁਨਾਹਾਂ ਦੀ ਟਿੱਪਣੀ ਕਰਦੇ ਹਾਂ, ਦੂਸਰੇ ਦੇ ਗੁਨਾਹਾਂ ਦਾ ਤਾਲਮੇਲ ਜਿਹੜਾ ਹੈ ਨਾਪ ਤੋਲ ਮਿਣਦੇ ਹਾਂ, ਉਹ ਤਾਂ ਮਿਣਦੇ ਹਾਂ ਕਿਉਂਕਿ ਮੇਰੀਆਂ ਅੱਖਾਂ ਦੇ ਉੱਪਰ ਜਿਹੜਾ ਮੈਂ ਚਸ਼ਮਾ ਲਾਇਆ ਹੈ ਉਹ ਕਿਤੇ ਨਾ ਕਿਤੇ ਮੈਂ ਮੇਰੀ ਦਾ, ਈਰਖਾ ਦਾ, ਮੇਰ ਤੇਰ ਦਾ ਲਾਇਆ ਹੈ। ਇਸੇ ਕਰਕੇ ਮੇਰ ਤੇਰ ਦੇ ਵਿੱਚ ਅਵਗੁਣ ਨਜ਼ਰ ਆਉਂਦੇ ਨੇ। ਤੇ ਜਦੋਂ ਤੂੰ ਹੀ ਦੀ ਬਿਰਤੀ ਬਣ ਜਾਵੇ, ਤੇਰੇ ਦੀ ਬਿਰਤੀ ਬਣ ਜਾਵੇ, ਜੀਵਨ ਦੇ ਵਿੱਚੋਂ ਮੇਰੀ ਮੁੱਕ ਜਾਵੇ, ਫਿਰ ਜਿਹੜੀ ਬਿਰਤੀ ਆ ਨਾ, ਫਿਰ ਆਪਣੇ ਆਪ ਦੀ ਪੜਚੋਲ ਕਰਨ ਲੱਗ ਪੈਂਦੀ ਹੈ। ਫਿਰ ਮਨੁੱਖ ਆਪਣੇ ਆਪ ਨੂੰ ਲੱਭਣ ਲੱਗ ਪੈਂਦਾ ਹੈ। ਉਮਰਾਂ ਲੰਘ ਜਾਂਦੀਆਂ ਨੇ ਸਾਡੀਆਂ, ਪਰ ਅਸੀਂ ਆਪਣੇ ਆਪ ਨੂੰ ਕਦੀ ਵੀ ਨਹੀਂ ਤਲਾਸ਼ਿਆ। ਅਸੀਂ ਦੂਸਰੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਕਈ ਵਾਰੀ ਤੁਸੀਂ ਖਿਆਲ ਕਰਨਾ, ਆਪਾਂ ਘਰਾਂ ਦੇ ਵਿੱਚ ਵੀ ਬੈਠੇ ਹੁੰਦੇ ਹਾਂ, ਦੂਸਰੇ ਨੂੰ ਲੱਭਣ ਦੀ, ਇਹ ਫਲਾਣੇ ਵਰਗਾ ਹੈ, ਇਹ ਫਲਾਣੇ ਵਾਂਗੂ ਬੋਲਦਾ ਹੈ, ਕਿਉਂਕਿ ਅਸੀਂ ਦੂਸਰੇ ਨੂੰ ਹੀ ਲੱਭਦੇ ਹਾਂ, ਆਪਣੇ ਆਪ ਨੂੰ ਕਦੀ ਵੀ ਨਹੀਂ ਲੱਭਦੇ। ਅਤੇ ਗੁਰਮਤ ਸਤਿਗੁਰ ਦੀ ਬਾਣੀ ਸਾਨੂੰ ਆਪਣੇ ਆਪ ਨੂੰ ਲੱਭਣਾ ਸਿਖਾਉਂਦੀ ਹੈ। ਅਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਆਪਣੇ ਆਪ ਨੂੰ ਲੱਭਣ ਦਾ ਇੱਕੋ ਇੱਕ ਤਰੀਕਾ ਹੈ ਕਿ ਤੂੰ ਆਪਣੇ ਆਪ ਨੂੰ ਪਰਮਾਤਮਾ ਦੇ ਨਾਲ ਜੋੜ ਲਾ। ਪਰਮਾਤਮਾ ਨਾਲ ਜੋੜਨ ਦਾ ਜ਼ਰੀਆ ਕੀ ਹੈ? ਸਤਿਗੁਰੂ ਦੀ ਬਾਣੀ। ਉਹ ਬਾਣੀ ਜਿਹਦੇ ਵਿੱਚ ਇੱਕੋ ਅਕਾਲ ਪੁਰਖ ਦੇ ਗੀਤ ਗਾਏ ਗਏ ਨੇ, ਇੱਕ ਓਂਕਾਰ ਦੀ ਪਰਿਭਾਸ਼ਾ ਦਿੱਤੀ ਗਈ ਹੈ। ਕਿਵੇਂ ਨਿਰਭਉ ਰਹਿਣਾ ਹੈ, ਕਿਵੇਂ ਨਿਰਵੈਰ ਰਹਿਣਾ ਹੈ, ਇਹ ਸਾਰੀ ਗੱਲ ਤੁਹਾਨੂੰ ਗੁਰਮਤਿ ਵਿੱਚ, ਗੁਰਬਾਣੀ ਦੇ ਰਾਹੀਂ ਸਿੱਖਣ ਨੂੰ ਮਿਲੇਗੀ। ਅਤੇ ਸਾਹਿਬ ਕਹਿੰਦੇ ਨੇ, ਇਸ ਸੰਸਾਰ ਰੂਪੀ ਈਰਖਾ ਦੇ ਭਰੇ ਹੋਏ ਸਮੁੰਦਰ ਤੋਂ, ਇਸ ਸਾਗਰ ਤੋਂ ਪਾਰ ਲੰਘਣ ਦਾ ਜੇ ਕੋਈ ਤਰੀਕਾ ਵਾ ਨਾ, ਤੇ ਉਹ ਸਤ ਸੰਗਤ ਕਰਨੀ ਹੈ। ਸਤ ਸੰਗਤ ਭਾਵ ਸੱਚ ਦੀ ਸੰਗਤ, ਅਤੇ ਸੱਚ ਦੀ ਸੰਗਤ ਸਿਵਾਏ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੋਰ ਕਿਤੇ ਨਹੀਂ ਜੇ ਲੱਭਣੀ, ਕਿਉਂਕਿ ਸਤਿਗੁਰੂ ਦੀ ਸੰਗਤ ਵਿੱਚੋਂ ਹੀ ਜੀਵਨ ਪਰਮਾਤਮਾ ਦੇ ਨਾਲ ਇੱਕਮਿਕ ਹੁੰਦਾ ਹੈ। ਅਤੇ ਸਾਹਿਬ ਜੀ ਅਗਲੀਆਂ ਪੰਕਤੀਆਂ ਵਿੱਚ ਕਿਰਪਾ ਕਰਦੇ ਨੇ, ਆਓ ਸਖੀ ਹਰ ਮੇਲ ਕਰੇ ਹਾਂ, ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ। ਸਾਹਿਬ ਜੀ ਕਹਿੰਦੇ, ਇਹ ਮੇਰੀ ਸਖੀਓ। ਹੁਣ ਬੇਨਤੀ ਕਰਾਂ, ਅਸੀਂ ਸੰਸਾਰ ਦੇ ਵਿੱਚ ਸਾਨੂੰ ਤੇ ਮਿੱਤਰ ਵੀ ਲੱਭਣੇ ਨਹੀਂ ਆਏ, ਕਿਉਂਕਿ ਜਿਹੋ ਜਿਹਾ ਮਨੁੱਖ ਦਾ ਸੁਭਾਅ ਹੁੰਦਾ ਨਾ, ਮਨੁੱਖ ਉਹੋ ਜਿਹੇ ਹੀ ਮਿੱਤਰ ਟੋਲਦਾ ਹੈ। ਜੁਆਰੀ ਨੂੰ ਲੱਭਦਾ ਹੈ, ਸ਼ਰਾਬੀ ਨੂੰ ਲੱਭਦਾ ਹੈ। ਇਵੇਂ ਹੀ ਜਿਹਦੇ ਅੰਦਰ ਨਿਰੰਕਾਰ ਦੇ ਗੀਤ ਗਾਉਣ ਦੀ ਜਿਗਿਆਸਾ ਪੈਦਾ ਹੋ ਜਾਵੇ, ਜਿਹਦੇ ਅੰਦਰ ਗਿਆਨ ਪ੍ਰਾਪਤ ਕਰਨ ਦੀ ਜਿਗਿਆਸਾ ਪੈਦਾ ਹੋ ਜਾਵੇ, ਫਿਰ ਉਹ ਗਿਆਨੀ ਦੀ ਪੜਚੋਲ ਕਰਦਾ ਹੈ। ਫਿਰ ਉਹ ਉਹਨਾਂ ਨੂੰ ਲੱਭਦਾ ਹੈ ਜਿਨ੍ਹਾਂ ਦੇ ਕੋਲ ਬੈਠ ਕੇ ਮਨ ਦੀ ਦੁਰਮਤ ਦੂਰ ਹੋ ਜਾਵੇ ਅਤੇ ਮਨ ਦੇ ਵਿੱਚ ਗੁਰਮਤ ਆ ਜਾਵੇ। ਅਤੇ ਸਾਹਿਬ ਕਹਿੰਦੇ, ਇਹੋ ਜਿਹੀਆਂ ਮੇਰੀਆਂ ਸਖੀਆਂ, ਇਹੋ ਜਿਹੀਆਂ ਸਹੇਲੀਆਂ, ਸਖੀਆਂ ਭਾਵ, ਮੈਂ ਇੱਕ ਬੇਨਤੀ ਕਰਾਂ, ਇੱਥੇ ਗੱਲ ਥੋੜ੍ਹੀ ਸਮਝਿਓ। ਇੱਕ ਉਹ ਸਖੀਆਂ ਨੇ ਜੋ ਬਾਹਰ ਦੇ ਅਸੀਂ ਮਿੱਤਰ ਪਾਲਦੇ ਹਾਂ, ਉਹ ਤੋਂ ਪਹਿਲਾਂ ਸਾਡੇ ਅੰਦਰ ਦੀਆਂ ਸਖੀਆਂ ਨੇ। ਕਿ ਜੇ ਅਸੀਂ ਆਪਣੀਆਂ ਸਹੇਲੀਆਂ ਈਰਖਾ, ਬੇਈਮਾਨੀ, ਨਫ਼ਰਤ ਬਣਾ ਕੇ ਰੱਖੀ ਹੈ, ਅਤੇ ਸਾਡਾ ਸੁਭਾਅ ਉਹੋ ਜਿਹਾ ਹੀ ਰਹੇਗਾ। ਸਾਹਿਬ ਕਹਿੰਦੇ, ਸਖੀਆਂ ਉਹ ਬਣਾ, ਦਇਆ ਨੂੰ ਆਪਣੀ ਸਖੀ ਬਣਾ, ਪਿਆਰ ਨੂੰ ਆਪਣੀ ਸਖੀ ਬਣਾ, ਪ੍ਰੀਤ ਨੂੰ ਆਪਣੀ ਸਖੀ ਬਣਾ। ਜਿੱਦਣ ਇਹ ਸਖੀਆਂ ਸਹੇਲੀਆਂ ਤੇਰੀਆਂ ਬਣ ਜਾਣਗੀਆਂ ਨਾ, ਫਿਰ ਉਹ ਪਤਾ ਤੈਨੂੰ ਕੀ ਸੰਦੇਸ਼ਾ ਦੇਣਗੀਆਂ? ਮੈਂ ਪ੍ਰੀਤਮ ਕਾ ਮੈਂ ਦੇ ਸਨੇਹਾ। ਫਿਰ ਉਹ ਤੈਨੂੰ ਪ੍ਰੀਤਮ ਦਾ ਸੁਨੇਹਾ ਦੇਣਗੀਆਂ। ਫਿਰ ਉਹ ਜਿਹੜੀਆਂ ਸਖੀਆਂ ਨੇ, ਤੇਰੀ ਆਤਮਾ ਦੇ ਰਾਹੀਂ ਤੈਨੂੰ ਬਾਰ-ਬਾਰ ਦੱਸਣਗੀਆਂ, ਤੂੰ ਵਿਛੜਿਆ ਹੈ, ਤੂੰ ਪ੍ਰੀਤਮ ਨਾਲ ਮਿਲ,
ਉਹ ਤੈਨੂੰ ਬਾਰ-ਬਾਰ ਨਿਰੰਕਾਰ ਦੀ ਗੁਣ ਗਾਉਣ ਦਾ ਤਰੀਕਾ ਦੱਸਣਗੀਆਂ। ਤੇ ਸਾਹਿਬ ਕਹਿੰਦੇ ਮੇਰਾ ਮਿੱਤਰ ਸਖਾ ਮੈਂ ਪ੍ਰੀਤਮ ਭਾਈ। ਹੁਣ ਜਿਹੜਾ ਮੇਰਾ ਮਿੱਤਰ ਆ ਨਾ, ਜਿਹੜਾ ਮੇਰਾ ਸਖਾ ਹੈ, ਜਿਹੜਾ ਮੇਰੇ ਪ੍ਰੀਤਮ ਹੈ, ਮੇਰੇ ਸਵਾਸਾਂ ਦੀ ਪ੍ਰੀਤ ਦਾ ਮਾਲਕ ਹੈ, ਉਹ ਕੌਣ ਹੈ? ਉਹ ਪ੍ਰਮਾਤਮਾ ਹੈ। ਮੈਂ ਦੱਸੇ ਹਰ ਨਰ ਹਰੀਐ ਜੀਓ। ਫਿਰ ਕਹਿੰਦੇ ਉਹਨਾਂ ਨੇ ਜਦੋਂ ਮੈਨੂੰ ਮੇਰੇ ਪ੍ਰਮਾਤਮਾ ਦੇ ਘਰ ਦੀਆਂ ਗੱਲਾਂ ਦੱਸਣੀਆਂ ਚਾਲੂ ਕੀਤੀਆਂ ਨੇ, ਮੇਰੇ ਉੱਤੇ ਰਹਿਮਤ ਵਰਤੀ ਹੈ। ਤੇ ਨਰ ਹਰੀ, ਉਹ ਪ੍ਰਮਾਤਮਾ ਵਾਹਿਗੁਰੂ, ਹਰੀ ਰੂਪ ਅਕਾਲ ਪੁਰਖ ਵਾਹਿਗੁਰੂ ਵਰਗਾ ਮੇਰਾ ਸੁਭਾਅ ਬਣਦਾ ਜਾ ਰਿਹਾ ਹੈ। ਹੁਣ ਨਰ ਤੋਂ ਹਰ ਦਾ ਸਫ਼ਰ ਹੈ। ਅਸੀਂ ਨਰ ਹਾਂ, ਹਰ ਨਹੀਂ ਬਣ ਸਕੇ। ਨਿਰੰਕਾਰ ਤੋਂ ਨਰ ਤੋਂ ਹਰ ਬਣਦਾ ਜਿਹੜਾ ਸਫ਼ਰ ਆ ਨਾ, ਉਹ ਇਹ ਮਨੁੱਖਾ ਜੀਵਨ ਹੈ। ਤਾਂ ਸਾਹਿਬ ਕਹਿੰਦੇ ਧੰਨ ਗੁਰੂ ਰਾਮਦਾਸ ਸਾਹਿਬ ਜੀ, ਹੁਣ ਜਦੋਂ ਤੋਂ ਮੈਂ ਆਪਣੀਆਂ ਸਖੀਆਂ ਸ਼ੁਭ ਗੁਣ ਬਣਾ ਲਈਆਂ ਹਨ, ਹੁਣ ਜੋ ਨਿੱਤ ਮੇਰੇ ਪ੍ਰੀਤਮ ਦੀਆਂ ਗੱਲਾਂ ਮੈਨੂੰ ਸੁਣਾਉਂਦੀਆਂ ਹਨ, ਹੁਣ ਮੇਰੇ ਬਾਰ-ਬਾਰ ਜੀਵਨ ਦਾ ਜਿਹੜਾ ਰਸਤਾ ਹੈ ਉਹ ਨਰ ਤੋਂ ਹਰ ਬਣਨ ਵਾਲੇ ਬੰਨੇ ਤੁਰ ਪਿਆ ਹੈ। ਮੇਰੀ ਬੇਦਨ ਹਰ ਗੁਰ ਪੂਰਾ ਜਾਣੈ, ਹੋ ਰਹਿ ਨਾ ਸਕਾਂ ਬਿਨ ਨਾਮ ਵਖਾਣੈ। ਹੁਣ ਹਿਰਦੇ ਦੀ ਬੇਦਨਤਾ ਹੁੰਦੀ ਹੈ ਮੇਰੇ ਅੰਦਰ ਦੀ ਤੜਫ। ਕਈ ਵਾਰੀ ਨਾ ਆਪਾਂ ਜੀਵਨ ਦੇ ਵਿੱਚ ਇਹੋ ਜਿਹੇ ਪੜਾਵਾਂ 'ਤੇ ਆ ਕੇ ਖੜ੍ਹ ਜਾਂਦੇ ਹਾਂ ਜੋ ਅਸੀਂ ਬਣਨਾ ਨਹੀਂ ਚਾਹੁੰਦੇ, ਪਰ ਅਸੀਂ ਮਜਬੂਰੀ ਕਾਰਨ ਉਹਨੂੰ ਬਣਨ ਲੱਗ ਪੈਂਦੇ ਹਾਂ, ਕਿਉਂਕਿ ਸਾਡੀਆਂ ਜੀਵਨ ਦੀਆਂ ਮਜਬੂਰੀਆਂ ਸਾਨੂੰ ਉੱਧਰੋਂ ਧੱਕਣ ਲੱਗ ਪੈਂਦੀਆਂ ਹਨ। ਪਰ ਕਈ ਵਾਰੀ ਅਸੀਂ ਜਦੋਂ ਇਕੱਲੇ ਬਹਿ ਕੇ ਸੋਚਦੇ ਹਾਂ ਨਾ, ਤੇ ਅਸੀਂ ਆਪਣੇ ਆਪ ਨੂੰ ਸਮਝਾਉਂਦੇ ਹਾਂ ਕਿ ਇੱਕ ਮਨ ਦੀ ਸ਼ਾਂਤੀ ਨਹੀਂ ਮਿਲ ਰਹੀ। ਕੁਝ ਕੰਮ ਐਸੇ ਨੇ ਜਿਹੜੇ ਸਾਨੂੰ ਬੜੇ ਚੰਗੇ ਲੱਗਦੇ ਨੇ। ਜਿਵੇਂ ਕਿਸੇ ਨੂੰ ਗਾਉਣ ਦਾ ਸ਼ੌਂਕ ਹੈ, ਉਹ ਭਾਵੇਂ ਕਿਰਤ ਕੋਈ ਵੀ ਕਰੇ, ਉਹ ਬਾਰ-ਬਾਰ ਗਾਵੇਗਾ। ਉਹਨੂੰ ਪੁੱਛੋ ਵੀ ਤੂੰ ਕੰਮ ਕਿਉਂ ਕਰ ਰਿਹਾ ਹੈ? ਕੋਈ ਬੰਦਾ ਟਰੱਕ ਚਲਾ ਰਿਹਾ ਹੈ, ਕੋਈ ਕੁਝ ਕਰ ਰਿਹਾ ਹੈ, ਉਹ ਕਹਿੰਦਾ ਇਹ ਮੇਰੀ ਮਜਬੂਰੀ ਹੈ, ਪਰ ਮੇਰਾ ਸ਼ੌਂਕ ਗਾਉਣਾ ਹੈ। ਕੋਈ ਚਿੱਤਰਕਾਰ ਹੈ, ਉਹ ਕਹਿੰਦਾ ਜੀ ਮੈਂ ਚਿੱਤਰਕਾਰੀ ਮੇਰਾ ਸ਼ੌਂਕ ਹੈ, ਪਰ ਮੈਂ ਦੁਕਾਨ 'ਤੇ ਲੱਗਾ ਹੋਇਆ ਵਾਂ, ਇਹ ਮੇਰੀ ਮਜਬੂਰੀ ਹੈ। ਹੁਣ ਐਸਾ ਮਨੁੱਖ ਦੋਵਾਂ ਚੀਜ਼ਾਂ ਵਿੱਚ ਕਦੀ ਵੀ ਸਫਲ ਨਹੀਂ ਹੋ ਸਕਦਾ। ਨਾ ਉਹ ਚੰਗਾ ਦੁਕਾਨਦਾਰ ਬਣ ਸਕਦਾ, ਨਾ ਉਹ ਚੰਗਾ ਚਿੱਤਰਕਾਰ ਬਣ ਸਕਦਾ। ਜਦ ਤੱਕ ਸਾਡਾ ਮਨ ਭਾਉਂਦਾ ਕਰਮ ਨਹੀਂ ਅਸੀਂ ਕਰਦੇ, ਤਦ ਤੱਕ ਅਸੀਂ ਤਰੱਕੀ ਨਹੀਂ ਕਰ ਸਕਦੇ। ਪਰ ਬਿਰਥਾ ਦੁਨੀਆ ਦੀ ਐਸੀ ਹੈ ਕਿ ਸਾਡੀ ਜੀਵਨ ਦੇ ਵਿੱਚ ਅਸੀਂ ਕਈ ਵਾਰੀ ਉਹ ਰਾਹ ਚੁਣ ਲੈਂਦੇ ਹਾਂ ਜਿਹੜੇ ਰਸਤੇ ਸਾਨੂੰ ਹੌਲੀ ਹੌਲੀ ਸਾਡੇ ਸ਼ੌਂਕ ਤੋਂ, ਸਾਡੇ ਗੁਣ ਤੋਂ, ਸਾਡੇ ਅੰਦਰ ਦੀ ਜਿਹੜੀ ਮਨ ਦੀ ਤੜਫ ਹੈ, ਜਿਹੜੇ ਬਿਰਹੇ ਦੀ ਤੜਫ ਹੈ, ਉਹ ਤੋਂ ਦੂਰ ਲੈ ਜਾਂਦੇ ਹਨ। ਗੱਲ ਕੀ, ਅਸੀਂ ਆਪਣੇ ਆਪ ਦਾ ਕਾਤਲ ਬਣ ਜਾਂਦੇ ਹਾਂ, ਆਪਣੀਆਂ ਵਿਚਾਰਾਂ ਦਾ ਕਤਲ ਕਰਨ ਲੱਗ ਪੈਂਦੇ ਹਾਂ। ਸਤਿਗੁਰੂ ਗੁਰਦੇਵ ਜੀ ਕਹਿੰਦੇ ਨੇ, ਤੇਰੇ ਅੰਦਰ ਦੀ ਜਿਹੜੀ ਜਿਗਿਆਸਾ ਹੈ, ਜਿਹੜਾ ਤੇਰੇ ਅੰਦਰ ਦਾ ਪਿਆਰ ਹੈ, ਜਿਹੜੀ ਤੇਰੇ ਅੰਦਰ ਦੀ ਬੇਦਨ ਹੈ, ਮੇਰੀ ਬੇਦਨ ਹਰ ਗੁਰ ਪੂਰਾ ਜਾਣੈ। ਸਾਹਿਬ ਕਹਿੰਦੇ ਜੇ ਕੋਈ ਮੇਰੇ ਦਿਲ ਦੀ ਗੱਲ ਜਾਣਦਾ ਹੈ ਨਾ, ਤੇ ਉਹ ਮੇਰਾ ਪੂਰਾ ਗੁਰੂ ਜਾਣਦਾ। ਅਸੀਂ ਕਈ ਵਾਰੀ ਸਾਡੇ ਮਨ ਦੇ ਵਿਚਾਰ ਸਤਿਗੁਰੂ ਜਾਣਦਾ ਹੈ। ਜਦੋਂ ਅਸੀਂ ਗੁਰੂ ਨਾਲ ਆਪਣੀ ਸਾਂਝ ਪਾਉਂਦੇ ਹਾਂ ਨਾ, ਸਤਿਗੁਰੂ ਨਾਲ ਗੱਲਾਂ ਕਰਦੇ ਹਾਂ, ਸਤਿਗੁਰੂ ਨਾਲ ਬਾਤਾਂ ਕਰਦੇ ਹਾਂ, ਤੇ ਜੀਵਨ ਦੇ ਵਿੱਚ ਕਈ ਐਸੇ ਮਸਲਿਆਂ ਦੇ ਹੱਲ ਲੱਭਣ ਲੱਗ ਪੈਂਦੇ ਹਨ। ਹੌਲੀ ਹੌਲੀ ਮਨ ਟਿਕਣ ਲੱਗ ਪੈਂਦਾ ਹੈ, ਤੇ ਇੱਕ ਸ਼ਾਂਤੀ ਜੀ ਅੰਦਰ ਆਉਣ ਲੱਗ ਪੈਂਦੀ ਹੈ। ਤਾਂ ਸਾਹਿਬ ਜੀ ਕਹਿੰਦੇ ਨੇ, ਇਹ ਜਿਹੜੀ ਮੇਰੀ ਤੜਫ ਆ ਨਾ, ਇਹ ਜਿਹੜੀ ਮੇਰੀ ਅਰਦਾਸ ਆ, ਇਹ ਮੇਰਾ ਗੁਰੂ ਬਹੁਤ ਪਿਆਰ ਨਾਲ ਸੁਣਦਾ ਹੈ। ਹੋਂ ਰਹਿ ਨਾ ਸਕਾਂ ਬਿਨ ਨਾਮ ਵਖਾਣੇ। ਜਿਹਦੇ ਅੰਦਰ ਦੀ ਤੜਫ ਬਣ ਗਈ ਨਾ ਪ੍ਰਮਾਤਮਾ ਦੇ ਹੁਕਮ ਨੂੰ ਮੰਨਣ ਦੀ, ਉਹਦੇ ਨਾਮ ਨੂੰ ਜਪਣ ਦੀ, ਉਹਦੇ ਆਪਣੇ ਜੀਵਨ ਵਿੱਚ ਪ੍ਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨ ਦੀ, ਸਾਹਿਬ ਕਹਿੰਦੇ ਉਹ ਮਨੁੱਖ ਕਦੀ ਵੀ ਨਹੀਂ ਰਹਿ ਸਕਦਾ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾਂ। ਉਹਦੀ ਜ਼ਿੰਦਗੀ ਦੇ ਵਿੱਚ ਹਰ ਵਕਤ ਨਿਰੰਕਾਰ ਇੱਕ ਐਸੇ ਮੁਕਾਮ 'ਤੇ ਆ ਜਾਂਦਾ ਹੈ ਉਹਦੀ ਭਗਤੀ, ਕਿ ਉਹਨੂੰ ਬਾਕੀ ਸਾਰੇ ਕੰਮ ਫਿੱਕੇ ਲੱਗਣ ਲੱਗ ਪੈਂਦੇ ਹਨ। ਮੈਂ ਔਖਦ ਮੇਰੀ ਬੇਦਨ ਗੁਰ ਪੂਰਾ, ਹਰ ਗੁਰ ਪੂਰਾ ਜਾਣੈ, ਹੋ ਰਹਿ ਨਾ ਸਕਾਂ ਬਿਨ ਨਾਮ ਵਖਾਣੈ। ਮੈਂ ਔਖਦ ਮੰਤਰ ਦੀਜੈ ਗੁਰ ਪੂਰੈ, ਮੈਂ ਹਰ ਹਰ ਨਾਮ ਉਧਰਿਐ ਜੀਓ। ਜਦੋਂ ਮਨੁੱਖ ਰੋਗੀ ਹੁੰਦਾ ਹੈ, ਔਸ਼ਧੀ ਵੀ ਉਦੋਂ ਭਾਲਦਾ ਹੈ। ਕਈ ਵਾਰੀ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਰੋਗੀ ਹਾਂ, ਪਰ ਅਸੀਂ ਵੈਦ ਕੋਲ ਨਹੀਂ ਜਾਂਦੇ। ਕਿਉਂ ਨਹੀਂ ਜਾਂਦੇ? ਕਿਉਂਕਿ ਸਾਡੇ ਅੰਦਰ ਇਹ ਖਿਆਲ ਹੁੰਦਾ ਹੈ
ਕਿ ਜੇ ਕਿਤੇ ਮੈਂ ਵੈਦ ਕੋਲ ਚਲਾ ਗਿਆ ਕਿਤੇ ਹੋਰ ਰੋਗ ਨਾ ਮੇਰੇ ਨਿਕਲ ਆਉਣ। ਪਰ ਜਿਹੜਾ ਸਿਆਣਾ ਮਨੁੱਖ ਆ ਨਾ, ਜਦੋਂ ਉਹਨੂੰ ਪਤਾ ਲੱਗਦਾ ਹੈ ਨਾ ਵੀ ਆਹ ਸਿੰਪਟਮਸ ਮੈਨੂੰ ਨਜ਼ਰ ਆ ਰਹੇ ਨੇ, ਉਹ ਤੁਰੰਤ ਉਪਚਾਰ ਕਰਦਾ ਹੈ। ਅਤੇ ਸਮੇਂ 'ਤੇ ਜਦੋਂ ਔਸ਼ਧੀ ਮਿਲ ਜਾਵੇ ਨਾ, ਤਾਂ ਮਨੁੱਖ ਤੰਦਰੁਸਤ ਹੋ ਜਾਂਦਾ। ਇਵੇਂ ਮਨੁੱਖ, ਸਾਡੇ ਅੰਦਰ ਦੀ ਇਹ ਭਾਵਨਾ ਹੈ, ਅਸੀਂ ਇਹੋ ਜਿਹਾ ਕਰਮ ਕਰਦੇ ਹਾਂ, ਮੇਰੀ ਮੇਰੀ ਦੇ ਗੀਤ ਗਾ ਰਹੇ ਹਾਂ। ਅਤੇ ਇੱਕ ਗੱਲ ਚੇਤੇ ਰੱਖਿਓ, ਜਦੋਂ ਮਨ ਤੁਹਾਡਾ ਗੁਣਾਂ ਦੇ ਵਿੱਚ ਨਾ ਟਿਕੇ, ਇਹ ਸਿੰਪਟਮਸ ਨੇ ਮਨ ਦੇ ਰੋਗੀ ਹੋਣ ਦੇ। ਜਦੋਂ ਮਨ ਹਰ ਵਕਤ ਮੇਰੀ ਮੇਰੀ ਕਰੇ, ਨਿੱਕੀਆਂ ਨਿੱਕੀਆਂ ਗੱਲਾਂ 'ਤੇ ਹਉਮੈ ਆਉਣ ਲੱਗ ਪਵੇ, ਆਕੜ ਆਉਣ ਲੱਗ ਪਵੇ, ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਮਨ ਇਹ ਕਹਿਣ ਲੱਗ ਪਵੇ, ਨਹੀਂ ਤੇਰੇ ਵਰਗਾ ਤਾਂ ਕੋਈ ਹੋਰ ਦੂਜਾ ਹੋ ਹੀ ਨਹੀਂ ਸਕਦਾ, ਮੈਂ ਨਾ ਕਿਸੇ ਦੀ ਸੁਣਦਾ। ਜਦੋਂ ਇਹੋ ਜਿਹੀਆਂ ਗੱਲਾਂ ਹਿਰਦੇ ਵਿੱਚ ਪੈਦਾ ਹੋਣ ਲੱਗ ਪੈਣ, ਇਹ ਸਿੰਪਟਮਸ ਨੇ ਮਨ ਦੇ ਰੋਗੀ ਹੋਣ ਦੇ। ਫਿਰ ਔਸ਼ਧੀ ਦੀ ਲੋੜ ਹੈ। ਠੀਕ ਸਮੇਂ ਦੇ ਉੱਤੇ, ਸਹੀ ਸਮੇਂ 'ਤੇ ਕੀਤਾ ਹੋਇਆ ਉਪਚਾਰ ਇਸ ਮਨ ਦੀ ਹਉਮੈ ਤੋਂ, ਇਸ ਅਹੰਕਾਰ ਤੋਂ ਸਾਨੂੰ ਦੂਰ ਲੈ ਕੇ ਜਾ ਸਕਦਾ। ਤੋ ਸਾਹਿਬ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ, ਮੈਂ ਔਖਦ ਮੰਤਰ ਦੀਜੈ ਗੁਰਪੂਰੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਰਹਿਮਤ ਨਾਲ, ਨਿਰੰਕਾਰ ਦੇ ਗੁਣਾ ਰੂਪੀ ਔਸ਼ਧੀ ਦਾ ਮੰਤਰ ਹੁਣ ਮੇਰੇ ਪੂਰੇ ਗੁਰੂ ਨੇ ਆਪਣੇ ਗਿਆਨ ਦੇ ਵਿੱਚੋਂ ਮੈਨੂੰ ਬਖਸ਼ ਦਿੱਤਾ ਹੈ। ਹਰ ਹਰ ਨਾਮ ਉਧਰੀਐ ਜੀਓ। ਹੁਣ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਇਹਨਾਂ ਗੁਣਾਂ ਨੂੰ ਜੀਵਨ ਵਿੱਚ ਵਸਾ ਕੇ ਇਸ ਸੰਸਾਰ ਸਮੁੰਦਰ ਤੋਂ ਮੈਂ ਪਾਰ ਲੰਘਣ ਦਾ ਤਰੀਕਾ ਲੱਭ ਲਿਆ ਹੈ। ਆਖਰੀਆਂ ਪੰਕਤੀਆਂ ਨੇ ਪਾਵਨ ਸ਼ਬਦ ਦੀਆਂ। ਗੁਰੂ ਜੀ ਬੜਾ ਪਿਆਰਾ ਮੁਕਾਬਲਾ ਲਾਉਂਦੇ ਨੇ ਇਸ ਸ਼ਬਦ ਦਾ। ਹਮ ਚਾਤ੍ਰਿਕ ਦੀਨ ਸਤਿਗੁਰ ਸ਼ਰਣਾਈ। ਸਤਿਗੁਰੂ ਕਹਿੰਦੇ ਮੈਂ ਪਪੀਹੇ ਦੇ ਵਰਗਾ ਹਾਂ। ਜਦੋਂ ਬਾਣੀ ਦੇ ਵਿੱਚ ਤੁਹਾਨੂੰ ਬਹੁਤਾਤ ਪਕਸ਼ੀਆਂ ਦੇ, ਰੁੱਖਾਂ ਦੇ ਗੁਣ ਗੁਰੂ ਜੀ ਗਣਾਉਂਦੇ ਨਜ਼ਰ ਆਉਣਗੇ, ਕਿਉਂਕਿ ਨਾਨਕ ਜੀ ਦਾ ਜਿਹੜਾ ਸੁਭਾਅ ਆ ਨਾ, ਉਹ ਬਲਿਹਾਰੀ ਕੁਦਰਤ ਵਸਿਆ। ਕੁਦਰਤ ਦੇ ਵਿੱਚੋਂ ਕਾਦਰ ਨੂੰ ਸਮਝਣ ਦੀ ਕੋਸ਼ਿਸ਼ ਹੈ। ਕਿਉਂਕਿ ਮਨੁੱਖ ਦਾ ਇਹ ਸਵਾਲ ਸੀ, ਮੈਂ ਕਾਦਰ ਨੂੰ ਕਿੱਥੇ ਵੇਖਾਂ, ਮੈਨੂੰ ਤਾਂ ਦਿਸਦਾ ਹੀ ਕਾਦਰ ਨਹੀਂ। ਤਾਂ ਸਾਹਿਬ ਜੀ ਕਹਿੰਦੇ ਕੁਦਰਤ ਨੂੰ ਵੇਖਣਾ ਚਾਲੂ ਕਰ ਦੇ। ਬਲਿਹਾਰੀ ਨੂੰ ਜਦੋਂ ਕੁਦਰਤ ਨੂੰ ਵੇਖੇਗਾ ਤੇ ਬਲਿਹਾਰ ਜਾਵੇਗਾ। ਅਤੇ ਜਦੋਂ ਕੁਦਰਤ ਦੇ ਵਿੱਚੋਂ ਉਹਨਾਂ ਪਕਸ਼ੀਆਂ ਦੀ ਗੱਲ ਕੀਤੀ ਗੁਰੂ ਜੀ ਨੇ, ਜਿਨ੍ਹਾਂ ਪਕਸ਼ੀਆਂ ਦੇ ਅੰਦਰ ਦੀ ਤੜਫ ਨੂੰ ਗੁਰੂ ਜੀ ਨੇ ਮਹਿਸੂਸ ਕੀਤਾ। ਕਿਤੇ ਮੋਰ ਦੀ ਗੱਲ ਕੀਤੀ ਹੈ, ਕਿਤੇ ਕੋਇਲ ਦੀ ਗੱਲ ਕੀਤੀ ਹੈ, ਕਿਤੇ ਬਬੀਹੇ ਦੀ ਗੱਲ ਕੀਤੀ ਹੈ, ਕਿਤੇ ਚਾਤ੍ਰਿਕ ਦੀ ਗੱਲ ਕੀਤੀ ਹੈ ਗੁਰੂ ਜੀ ਨੇ, ਕਿਤੇ ਪਤੰਗੇ ਦੀ ਗੱਲ ਕੀਤੀ ਹੈ, ਕਿਤੇ ਭੌਰੇ ਦੀ ਗੱਲ ਕੀਤੀ ਹੈ। ਗੱਲ ਕੀ ਸੱਚੇ ਪਾਤਸ਼ਾਹ ਨੇ ਹਰ ਇੱਕ ਪ੍ਰਾਕਿਰਤੀ ਦੇ ਵਿੱਚੋਂ ਹਰ ਇੱਕ ਉਹ ਚੀਜ਼ ਨੂੰ ਲੱਭਿਆ ਜਿਹਦੇ ਵਿੱਚ ਗੁਣ ਵੀ ਸਨ ਅਤੇ ਅਵਗੁਣ ਵੀ ਸਨ। ਕਿਤੇ ਅਰਿੰਡ ਦੀ ਗੱਲ ਕਰਦੇ ਨੇ, ਕਿਤੇ ਬਾਂਸ ਦੀ ਗੱਲ ਕਰਦੇ ਨੇ। ਗੱਲ ਕਿ ਜਿਹੜੇ ਰੋਜ਼ਮਰਾ ਮਨੁੱਖ ਦੇ ਆਲੇ ਦੁਆਲੇ ਜਿਹੜੀਆਂ ਚੀਜ਼ਾਂ ਸਨ, ਸਤਿਗੁਰੂ ਜੀ ਨੇ ਉਹ ਉਦਾਹਰਨ ਦੇ ਰੂਪ ਦੇ ਵਿੱਚ ਚੁੱਕੀਆਂ ਤਾਂ ਕਿ ਮਨੁੱਖ ਉਸ ਬਿਰਹੇ ਤੋਂ ਜਾਣ ਸਕੇ। ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਚਾਤ੍ਰਿਕ ਹਾਂ, ਮੇਰਾ ਸੁਭਾਅ ਚਾਤ੍ਰਿਕ। ਜਿਵੇਂ ਚਾਤ੍ਰਿਕ ਬਬੀਹਾ ਪਾਣੀ ਦੀ ਤਲਾਸ਼ ਦੇ ਵਿੱਚ, ਪਾਣੀ ਦੀ ਬੂੰਦ ਦੇ ਵਿੱਚ ਤੜਫਦਾ ਹੈ, ਸਭ ਕਹਿੰਦੇ ਮੇਰੀ ਹਾਲਤ ਉਹੋ ਜਿਹੀ ਹੈ। ਹਮ ਚਾਤ੍ਰਿਕ ਦੀਨ। ਦੀਨ ਦਾ ਮਤਲਬ ਹੈ ਗਰੀਬ ਨਿਮਾਣਾ। ਮੇਰੇ ਵਰਗਾ ਪਪੀਹਾ, ਗਰੀਬ ਕਮਜ਼ੋਰ, ਸਤਿਗੁਰੂ ਸ਼ਰਣਾਈ। ਇਹ ਮੇਰੇ ਸੱਚੇ ਸਤਿਗੁਰੂ ਜੀ, ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ। ਹਰ ਹਰ ਨਾਮ ਬੂੰਦ ਮੁਖ ਪਾਈ। ਜਿਵੇਂ ਜਿਵੇਂ ਮੈਂ ਤੇਰੇ ਗੀਤ ਗੁਣ ਸੁਣਦਾ, ਤੇਰੀ ਬਾਣੀ ਨੂੰ ਪੜ੍ਹਦਾ, ਤੇਰੀ ਬਾਣੀ ਦੀ ਵਿਚਾਰ ਕਰਦਾ ਹਾਂ, ਤਿਵੇਂ ਤਿਵੇਂ ਨਿੱਕੀਆਂ ਨਿੱਕੀਆਂ ਬੂੰਦਾਂ ਗੁਰੂ ਸ਼ਬਦ ਦੀਆਂ, ਗੁਰੂ ਦੇ ਗਿਆਨ ਦੀਆਂ ਮੇਰੇ ਮੂੰਹ ਦੇ ਵਿੱਚ ਪੈਂਦੀਆਂ ਹਨ। ਮੇਰੇ ਜ਼ਿਹਨ ਦੇ ਵਿੱਚ, ਮੇਰੇ ਜੀਵਨ ਵਿੱਚ ਆਉਂਦੇ ਹਨ ਇਹ ਗੁਣ। ਹਰ ਜਲ ਨਿਧ ਹਮ ਜਲ ਕੇ ਮੀਨੇ। ਹੇ ਪਰਮਾਤਮਾ ਜੀ, ਤੂੰ ਜਲ ਦਾ ਸਮੁੰਦਰ ਖਜ਼ਾਨਾ ਹੈ ਅਤੇ ਮੈਂ ਇਸ ਜਲ ਦੇ ਵਿੱਚ ਰਹਿਣ ਵਾਲੀ ਮੱਛੀ ਹਾਂ। ਜਨ ਨਾਨਕ ਜਲ ਬਿਨ ਮਰੀਐ ਜੀਓ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਇਵੇਂ ਮੈਂ ਵੀ ਤੇਰੇ ਗੁਣਾਂ ਤੋਂ ਬਿਨਾਂ ਆਪਣੀ ਮੌਤ ਸਮਝਦਾ ਹਾਂ। ਗੱਲ ਕਿ ਜਦ ਤੱਕ ਤੇਰੇ ਗੁਣ ਮੇਰੇ ਜੀਵਨ 'ਚ ਨਹੀਂ ਆਉਂਦੇ, ਮੈਂ ਮਰਿਆ ਹੋਇਆ ਹਾਂ। ਜਦੋਂ ਤੇਰੇ ਗੁਣ ਮੇਰੇ ਜੀਵਨ 'ਚ ਆਉਣ ਲੱਗ ਪੈਂਦੇ ਹਨ ਅਤੇ ਮੈਂ ਆਪਣੇ ਜੀਵਨ ਨੂੰ ਸੁਹਾਵਣਾ ਬਣਾ ਲੈਂਦਾ ਹਾਂ। ਸੋ ਗੁਰੂ ਜੀ ਨੇ ਬੜੀ ਰਹਿਮਤ ਨਾਲ ਇਸ ਸ਼ਬਦ ਵਿੱਚ ਇਹ ਗੱਲ ਸਾਨੂੰ ਸਮਝਾਈ ਹੈ। ਸਾਨੂੰ ਪੜ੍ਹਨਾ ਕੀ ਚਾਹੀਦਾ ਹੈ, ਸਾਨੂੰ ਸੁਣਨਾ ਕੀ ਚਾਹੀਦਾ ਹੈ, ਸਾਨੂੰ ਵਿਚਾਰਨਾ ਕੀ ਚਾਹੀਦਾ ਹੈ। ਅੱਜ ਨਾ ਸਾਡਾ ਪੜ੍ਹਨਾ ਗੁਰਮਤਿ ਮੁਤਾਬਕ ਆ, ਨਾ ਸਾਡਾ ਸੁਣਨਾ ਗੁਰਮਤਿ ਮੁਤਾਬਕ ਆ।
ਆ ਜਿਹੜੀ ਸਾਡੀ ਕੌਮ ਦੇ ਮਸਲੇ ਉਲਝੇ ਹੋਏ ਆ ਨਾ, ਇਹ ਇਸੇ ਕਰਕੇ ਉਲਝੇ ਹੋਏ ਨੇ ਕਿਉਂਕਿ ਅਸੀਂ ਸੁਲਝਾਉਣ ਵਾਲੇ ਰਸਤੇ 'ਤੇ ਤੁਰਨ ਨੂੰ ਕੋਈ ਵੀ ਤਿਆਰ ਨਹੀਂ ਹੈ। ਹਰ ਮਨੁੱਖ ਆਪੋ ਆਪਣੀ ਡਫਲੀ ਵਜਾ ਰਿਹਾ ਹੈ। ਜਦ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਆਪਣਾ ਅਕੀਦਾ, ਆਪਣਾ ਵਿਸ਼ਵਾਸ ਨਹੀਂ ਬਣਾਉਂਦੇ, ਤਦ ਤੱਕ ਸਾਡਾ ਹੱਲ ਨਹੀਂ ਜੇ। ਸੱਚ ਜਾਣਿਓ, ਬੜੀ ਹੀ ਦੂਰਅੰਦੇਸ਼ੀ ਦੇ ਨਾਲ ਸਾਨੂੰ ਅੱਜ ਤੁਰਨਾ ਪਏਗਾ। ਆਹ ਜਿਹੜੇ ਅਸੀਂ ਕੌਮ ਦੇ ਵਿੱਚ ਬੇਵਜ੍ਹਾ ਜਿਹੜੇ ਨੇ ਅੱਜ ਖਿਲਾਰੇ ਹੋਏ ਨੇ, ਇਹ ਸਾਡੇ ਕੌਮ ਦੀਆਂ ਆਗੂਆਂ ਨੂੰ ਮਿਲ ਕੇ ਸੁਲਝਾਉਣੇ ਪੈਣਗੇ। ਮੈਂ ਇਹੀ ਬੇਨਤੀ ਕਰਦਾ ਹਾਂ, ਸਤਿਗੁਰ ਦੀ ਮੱਤ ਨੂੰ ਲਈਏ, ਆਪਣੀ ਮੱਤ ਤਿਆਗੀਏ, ਕਿਉਂਕਿ ਗੁਰੂ ਦੇ ਮੱਤ ਦੇ ਵਿੱਚੋਂ ਗਿਆਨ ਮਿਲਦਾ ਹੈ, ਆਪਣੀ ਮੱਤ ਦੇ ਵਿੱਚੋਂ ਮਨੁੱਖ ਨੂੰ ਅਗਿਆਨ ਮਿਲਦਾ ਹੈ। ਗੁਰੂ ਦੀ ਮੱਤ ਪਰਮਾਤਮਾ ਵਰਗੀ ਬਣਾਉਂਦੀ ਹੈ, ਮਨੁੱਖ ਦੀ ਮੱਤ ਮਨੁੱਖ ਨੂੰ ਮਨਮੱਤ ਦੇ ਰਸਤੇ 'ਤੇ ਲੈ ਕੇ ਜਾਂਦੀ ਹੈ। ਸੋ ਅੱਜ ਤੀਸਰਾ ਨੰਬਰ ਸ਼ਬਦ ਮਾਝ ਰਾਗ ਦਾ ਆਪ ਦੇ ਸਨਮੁਖ ਰੱਖਿਆ। ਗੁਰੂ ਜੀ ਕਿਰਪਾ ਕਰਨ, ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕਰਿਓ ਜੀ, ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।